सरकार दी कर दांगे खत्म कहानी जीते जो पहले पास में वापस करवावांगे जे करना कहना मने ਇਹ ਪ੍ਰਕਿਰਤੀ ਦਾ ਉਸ ਮਾਲਕ ਦਾ ਸੰਦੇਸ਼ ਹੈ। ਇਹ ਅੰਦੋਲਨ ਇਹਨੂੰ ਨਾ ਮੰਨੀਏ ਆਪਾਂ, ਇਹ ਤੇ ਇੱਕ ਬਦਲਾਅ ਦਾ ਇੱਕ ਸੰਦੇਸ਼ ਉੱਪਰ ਆਦਾ ਉਹ ਕਿਹਦੇ ਹੱਥੋਂ ਕਰਾ ਦੇ, ਇਹ ਉਹਦੀ ਮਰਜ਼ੀ ਹੈ। ਇਹ ਬੰਦੇ ਦੇ ਕੁਛ ਨਹੀਂ ਬਸਦਾ। ਇਹ ਤੇ ਜਿਵੇਂ ਕਿਹਾ ਹੈ ਨਾ, ਉਹੀ ਅਰਜਨ ਸੀ ਜਿਹੜੇ ਤੀਰ ਤੋਂ ਦੁਨੀਆ ਕੰਬਦੀ ਸੀ, ਉਹੀ ਅਰਜਨ ਸੀ ਜਿਸ ਤੋਂ ਭੀਲ ਗੋਪੀਆਂ ਖੋ ਕੇ ਲੈ ਗਏ। ਸਮਾਂ ਸਮਾਂ ਸਮਰੱਥ, ਉਹੀ ਅਰਜਨ ਦੇ ਤੀਰ, ਉਹੀ ਅਰਜਨ ਦੇ ਹੱਥ। ਇਹ ਜਿਹੜਾ ਸੰਘਰਸ਼ ਹੈ ਨਾ, ਇਹ ਵੱਖਰਾ, ਜਿਹੜਾ ਪਹਿਲੇ ਸੰਘਰਸ਼ ਤੋਂ ਵੱਖਰਾ ਹੈ। ਉਹ ਇਸ ਕਰਕੇ ਹੈ ਵੀ ਇਸ ਸੰਘਰਸ਼ ਤੇ ਇਹ ਤੇ ਮੈਨੂੰ ਸਾਡਾ ਕੋਈ ਔਕਾਤ ਨਹੀਂ ਇਹ ਸੰਘਰਸ਼ ਖੜਾ ਕਰਨ ਦੀ। ਉਸ ਮਾਲਕ ਦੀ ਬਖਸ਼ਿਸ਼, ਇਹ ਬੰਦੇ ਦੇ ਬਸ ਦਾ ਕੰਮ ਕੋਈ ਨਹੀਂ ਹੈ। ਬੰਦੇ ਦੇ ਇਹ ਤੇ ਦਿਮਾਗ, ਬੰਦੇ ਦਾ ਸਾਤਰੀ ਦਿਮਾਗ ਹੁੰਦਾ ਹੈ ਤੇ ਇਹ ਤੇ ਉਸ ਪ੍ਰਮਾਤਮਾ ਦਾ ਖੜਾ ਕੀਤਾ ਹੋਇਆ ਸਾਰਾ ਕੁਛ ਹੈ ਉਹਦਾ। ਇੱਕ ਮੈਨੂੰ ਤੇ ਇਹ ਲੱਗਦਾ ਹੈ ਵੀ ਉਹ ਕੁਛ ਬਦਲਾਅ ਚਾਹ ਰਿਹਾ ਹੈ, ਉਹ ਕੁਛ ਬਦਲਾਅ ਚਾਹ ਰਿਹਾ ਹੈ। ਜਿਵੇਂ ਇੱਕ ਚੀਜ਼ ਹੁੰਦੀ ਹੈ ਨਾ, ਕਦੇ ਉਹ ਵੱਧਦੀ ਹੈ ਫਿਰ ਅੱਗੇ ਜਾ ਕੇ ਘਟਦੀ ਹੈ, ਫਿਰ ਵੱਧਦੀ ਹੈ ਫਿਰ ਘਟਦੀ ਹੈ। ਇਹ ਪ੍ਰਕਿਰਤੀ ਦਾ ਨਿਯਮ ਹੈ ਤੇ ਮੈਨੂੰ ਲੱਗਦਾ ਜਿਹੜਾ ਹੁਣ ਤੱਕ ਵੱਧਦਾ ਰਿਹਾ ਹੈ, ਹੁਣ ਤੱਕ ਇਹ ਵੱਧਦਾ ਰਿਹਾ ਹੈ ਵੀ ਗਰੀਬ ਬੰਦੇ ਦਾ ਖੂਨ ਚੁੱਸਿਆ ਜਾਂਦਾ ਰਿਹਾ ਹੈ, ਅਮੀਰ ਪਲਦਾ ਰਿਹਾ ਹੈ। ਪਰ ਹੁਣ ਮੈਨੂੰ ਇਹ ਲੱਗ ਰਿਹਾ ਹੈ ਵੀ ਇਹ ਜਿਹੜਾ ਸੰਦੇਸ਼ ਹੈ ਮਾਲਕ ਦਾ, ਉਹ ਇਹ ਹੈ ਵੀ ਹੁਣ ਗਰੀਬ ਉੱਭਰੇਗਾ, ਅਮੀਰ ਥੱਲੇ ਜਾਏਗਾ। ਹੁਣ ਮੈਨੂੰ ਇਹ ਲੱਗ ਰਿਹਾ ਵੀ ਇਹ ਸਿਸਟਮ ਬਦਲੇਗਾ। ਚਲੋ ਅਸੀਂ ਤਾਂ ਬੇਸ਼ੱਕ ਅੱਧੇ ਦੇਸ਼ਾਂ 'ਤੇ ਖੜੇ ਹੋਏ ਹਾਂ, ਸਾਡੀ ਤਾਂ ਮੰਗ ਹੀ ਕੁਛ ਨਹੀਂ ਹੈ, ਅਸੀਂ ਤਾਂ ਬਹੁਤ ਉਰਾ ਖੜੇ ਹੋਏ ਹਾਂ। ਪਰ ਜੋ ਮਾਲਕ ਦੇਣਾ ਚਾਹ ਰਿਹਾ ਹੈ ਨਾ, ਉਹ ਬਹੁਤ ਅੱਗੇ ਤੱਕ ਹੈ। फिर लड़ाई आर जा पावर दी कर दांगे खत्म कहानी मोदी सरकार दी कर दांगे खत्म कहानी। ਹੁਣ ਜੇ ਸਾਨੂੰ ਕੋਈ 1000 ਕਰੋੜ ਰੁਪਈਆ ਵੀ ਦੇ ਦੇ ਤੇ 1000 ਕਰੋੜ ਰੁਪਈਆ ਦੇ ਕੇ ਕਹੇ ਇੰਨਾ ਤੁਸੀਂ ਸਿਸਟਮ ਖੜਾ ਕਰ ਲਓ, ਨਹੀਂ ਹੋ ਸਕਦਾ। ਹੁਣ ਇਹ ਪ੍ਰਮਾਤਮਾ ਦਾ ਸੰਦੇਸ਼ ਹੈ। ਖੁਦ ਬਖੁਦ ਲੋਕ ਆਪਣੇ ਆਪ ਜੁੜ ਗਏ ਤੇ ਖੁਦ ਬਖੁਦ ਜਿਹੜਾ ਹੈ ਇੰਨੀ ਸੇਵਾ ਹੋ ਗਈ। ਮਤਲਬ ਤੁਸੀਂ ਇਹ ਸੋਚ ਨਹੀਂ ਸਕਦੇ ਵੀ ਇੱਥੇ ਕੀ ਸੇਵਾ ਹੋ ਰਹੀ, ਸੋਚ ਨਹੀਂ ਸਕਦੇ। ਇੱਕ ਬੰਦਾ ਦੱਸ ਰਿਹਾ ਸੀ, ਉਹ ਕੰਬਲਾਂ ਦੀ ਸੇਵਾ ਕਰਨ ਵਾਸਤੇ ਉਹਦਾ ਮਨ ਸੀ, ਕੰਬਲ ਲੈਣ ਗਿਆ। ਉਹ ਕਹਿੰਦਾ ਜੀ ਮੈਂ ਪਹਿਲੇ ਵਾਰੀ ਦੇਖ ਰਿਹਾ ਵੀ ਲੋਕ ਆਪਣੀ ਕਾਰਾਂ ਵੇਚ ਕੇ, ਆਪਣੀ ਗੱਡੀ ਵੇਚ ਕੇ, ਇੱਥੋਂ ਸਮਾਨ ਖਰੀਦ ਕੇ ਉੱਥੇ ਸੇਵਾ ਕਰ ਰਹੇ ਨੇ। ਲੋਕ ਆਪਣੇ ਪਲਾਟ ਵੇਚ ਕੇ, ਸੌਖਾ ਨਹੀਂ ਜੀ ਵੇਚਦਾ ਕੋਈ, ਆਪਣਾ ਪਲਾਟ ਵੇਚ ਕੇ ਸਮਾਨ ਖਰੀਦ ਕੇ ਉੱਥੇ ਜਾ ਕੇ ਵੰਡ ਰਹੇ ਨੇ। ਆਓ ਜੀ ਬਜ਼ੁਰਗੋ, ਇੱਧਰ ਆ ਜਾਓ, ਅੱਗੇ ਆ ਜਾਓ। ਹੈਲੋ, मैं दिल्ली भाई सब बोल रहा बोलो जी। मैं तो दिल्ली हुई 1 महीने का, जो एक सालों का दोनों चल रहा। ਇਨਸਾਨੀ ਜਾਮਾਂ ਤੇ ਸਿਰਮੌਰ ਜਾਮਾ ਹੈ। ਇਨਸਾਨੀ ਜਾਮਾ ਧਰਮ ਬਣਦਾ, ਬਾਕੀ ਜਾਨਵਰਾਂ ਨੂੰ ਵੀ ਬਚਾ ਕੇ ਰੱਖੇ। ਇੱਥੇ ਤੇ ਇਨਸਾਨ ਨੂੰ ਮਾਰਨ ਵਾਸਤੇ ਤਿਆਰ ਹੋਇਆ। ਕੀ ਸੋਚ ਕੇ ਤੁਸੀਂ ਰਾਜ ਕਰ ਰਹੇ ਹੋ? ਇਹ ਰਾਜ ਧਰਮ ਨਹੀਂ ਹੈ, ਇਹ ਤੇ ਫਿਰ ਤੱਕੋ ਰਾਜ ਰਾਜੋ ਨਾ। ਦੇ ਪੱਲੇ ਦੀ ਇਬਾਦਤ ਹੈ। ਇਬਾਦਤ ਤੋਂ ਬਿਨਾਂ ਸ਼ਹਾਦਤ ਕਦੇ ਨਹੀਂ ਹੋਇਆ ਕਰਦੀ। ਜਿਹਦੇ ਪੱਲੇ ਰੱਬ ਦੀ ਭਗਤੀ ਨਹੀਂ, ਉਹਦੇ ਕੋਲ ਗੁਰਮਤ ਦੀ ਸ਼ਕਤੀ ਨਹੀਂ। ਹੁਣ ਉਹਨਾਂ ਨੇ ਕਹਿਤਾ ਜੀ SYL ਦਾ ਮੁੱਦਾ ਠੀਕ ਹੈ, ਪਰ ਹਰਿਆਣਾ ਵਾਲੇ ਕੀ ਜਵਾਬ ਦੇ ਰਹੇ ਨੇ? ਹਰਿਆਣਾ ਵਾਲੇ ਕਹਿ ਰਹੇ ਨੇ ਵੀ ਅਸੀਂ ਤਾਂ ਆਪਣੇ ਵੱਡੇ ਭਰਾ ਨੂੰ, ਪੰਜਾਬ ਨੂੰ ਪਾਣੀ ਦਾਨ ਕਰ ਦਿਆਂਗੇ, ਪਰ ਤੁਹਾਡੀ ਗੱਲ 'ਚ ਨਹੀਂ ਆਉਂਦੇ।
ਗੁਰਨਾਮ ਸਿੰਘ ਝੜੂਨੀ, ਇਸ ਲਹਿਰ ਦੇ ਵਿੱਚ ਸਾਡੇ ਹਰਿਆਣੇ ਦੇ ਵਿੱਚ ਜਿਹੜੀ ਲਹਿਰ ਪੈਦਾ ਹੋਈ ਹੈ ਉਹਦੇ ਵਿੱਚ ਉਹਨਾਂ ਦਾ ਬਹੁਤ ਅਹਿਮ ਰੋਲ ਹੈ। ਹਰ ਇੱਕ ਪਿੰਡ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਜਿਵੇਂ ਮਾਂ ਆਪਣੇ ਬੱਚੇ ਨੂੰ ਹਲੂਣਾ ਦੇ ਕੇ ਠਾਂਦੀ, ਐਦਾਂ ਇੱਕ ਘਰ ਦੇ ਵਿੱਚ ਜਾ ਕੇ ਉਹਨਾਂ ਇੱਕ ਬੱਚੇ ਨੂੰ ਇੱਕ ਕਿਸਾਨ ਨੂੰ ਹਲੂਣਾ ਦੇ ਕੇ ਇਸ ਅੰਦੋਲਨ ਦੇ ਵਿੱਚ शामिल होने वास्ते प्रेरित किया। और ABC के हिसाब से करो, सीनियर आदमी कौन आप पूछ ले करो, उसका A, फिर जो सा नॉर्म ठीक सा उसका 2 B और जो सा बिल्कुल उस तरह उसका C। एक खुदा ते खुदी उस तरह का अंदोलन हो रहा है तो मैनू लगता नहीं कि भी रब तो कभी हारिया नहीं करता। ये अंदोलन कोई हारांगे कोई सवाल मैनू लग ही नहीं रहा। ਅੱਜ ਦੇ ਟਾਈਮ ਵਿੱਚ ਤੇ ਉਹ ਮਾਹੌਲ ਹੈ ਵੀ ਜੋ ਮੰਗੀਏ ਸੋ ਮਿਲੇਗਾ। ਇਹ ਜੋ ਅੰਦੋਲਨ ਮੇਰੇ ਖਿਆਲ ਕਿਸੇ ਦੇਸ਼ 'ਚ ਵੀ ਨਹੀਂ ਹੋਇਆ। ਅੱਜ ਤੁਸੀਂ ਦੇਖੋ ਮਜ਼ਦੂਰ ਤੋਂ ਲੈ ਕੇ ਵਪਾਰੀ ਤੱਕ ਜਿਨ੍ਹਾਂ ਨਾਲ ਸਾਡਾ ਕੋਈ ਵਾਸਤਾ ਨਹੀਂ, ਅਸੀਂ ਵਪਾਰੀਆਂ ਨੂੰ ਇਹ ਕਹਿੰਦੇ ਅਸਲ ਲੁੱਟਦੇ ਨੇ, ਪਰ ਉਹ ਇਸ ਅੰਦੋਲਨ ਦੇ ਵਿੱਚ ਆ ਰਹੇ ਨੇ। ਰਿਟਾਇਰਡ ਅਫਸਰ ਜਿਨ੍ਹਾਂ ਨੂੰ ਅਸੀਂ ਇਹ ਸੋਚਦੇ ਹਾਂ ਯਾਰ ਅਫਸਰ ਜਿਹੜਾ ਹੈ ਇਹ ਤੇ ਰਿਸ਼ਵਤਾਂ ਲੈਂਦੇ ਨੇ, ਇਹ ਕਰਦੇ ਨੇ ਉਹ ਕਰਦੇ ਨੇ, ਪਰ ਸਾਡੇ ਨਾਲ ਖਲੋਤੇ ਨੇ ਆ ਕੇ ਸੋਚ ਵੀ ਨਹੀਂ ਸਕਦੇ ਅਸੀਂ। ਬੜੀ ਰੈਂਕਾਂ ਦੇ ਅਫਸਰ ਇਸ ਅੰਦੋਲਨ ਦੇ ਵਿੱਚ ਆ ਰਹੇ ਨੇ ਤੇ ਇੱਕ ਅਨਪੜ੍ਹ ਤੋਂ ਲੈ ਕੇ ਜਿਹਨੂੰ ਕੁਝ ਨਹੀਂ ਪਤਾ ਵਿਚਾਰੇ ਨੂੰ ਉਹ ਵੀ ਅੰਦੋਲਨ ਦੇ ਵਿੱਚ ਆ ਰਿਹਾ। ਜਿਹੜੀ ਬੀਬੀਆਂ ਘਰ ਬੈਠੀਆਂ ਨੇ ਉਹ ਵੀ ਮੋਦੀ ਦੀ ਫੋਟੋ ਦੇਖ ਕੇ ਗਾਲਾਂ ਦੇਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ ਟੈਲੀਵਿਜ਼ਨ ਦੇਖ ਕੇ। ਤੇ ਸੁਪਰੀਮ ਕੋਰਟ ਦੇ ਚੋਟੀ ਦੇ ਵਕੀਲ ਜਿਹੜੇ 10-10 ਲੱਖ ਰੁਪਏ ਇੱਕ ਪੇਸ਼ੀ ਦੀ ਤਨਖਾਹ ਲੈਂਦੇ ਨੇ, 10-10 ਲੱਖ ਰੁਪਏ ਇੱਕ ਪੇਸ਼ੀ ਦੀ, ਉਹ ਸਾਡੇ ਸਮਰਥਨ ਚ ਆ ਰਹੇ ਨੇ। ਉਹ ਕਹਿੰਦੇ ਦੱਸੋ ਸਾਨੂੰ, ਅਸੀਂ ਲੜੀਏ ਤੁਹਾਡੇ ਵਾਸਤੇ। ਖੁਦ ਚਿੱਠੀਆਂ ਲਿਖ ਰਹੇ ਨੇ ਸਰਕਾਰ ਨੂੰ। ਮੈਨੂੰ ਤੇ ਬਾਬਾ ਰਾਮਦੇਵ, ਅੰਬਾਨੀ, ਅਡਾਨੀ ਇਹੋ ਜਿਹੇ 5-7-10 ਹੋਰ ਹੋਣੇ ਜਿਹੜੇ ਮੈਨੂੰ ਤੇ ਉਹ ਲੱਗਦੇ ਨੇ ਬਸ। ਮੈਨੂੰ ਤੇ ਇਹ ਲੱਗਦਾ ਜਿਹੜੇ BJP ਵਾਲੇ ਨੇ ਨਾ, ਇਹ ਭਾਵੇਂ ਕਠੋਰ ਦਿਲ ਬਣਦੇ ਨੇ, ਕੁਛ ਬਣਦੇ ਨੇ, ਪਰ ਮੈਨੂੰ ਤੇ ਇਹ ਲੱਗਦਾ ਵੀ ਇਹਨਾਂ ਦੇ ਵੀ ਜਿਹੜੇ MLA MP ਨੇ ਭਾਵੇਂ ਚਲੋ ਆਪਣੀ ਸੱਤਾ ਦੇ ਲੜ ਦੇ ਵਿੱਚੋਂ ਨਹੀਂ ਭੱਜ ਰਹੇ, ਪਰ ਮੈਨੂੰ ਤੇ ਇਹ ਲੱਗਦਾ ਵੀ ਦਿਲ ਤੇ ਉਹਨਾਂ ਦਾ ਵੀ ਪਸਿੱਜ ਗਿਆ ਹੈ। 50 ਲੱਖ ਪੂਰੇ ਕਰਨ ਵਾਸਤੇ ਜਾਂ 1 ਕਰੋੜ ਦਾ ਜਿਹੜਾ ਲੋਨ ਹੈ ਪੂਰਾ ਕਰਨ ਵਾਸਤੇ ਉਹ ਪੂਰੀ ਪ੍ਰਾਪਰਟੀ ਨੂੰ ਨਿਲਾਮ ਕਰ ਦਿੰਦਾ। ਬੰਦਾ ਬੇਕਾਰ ਹੋ ਗਿਆ, ਤੁਸੀਂ ਸੜਕਾਂ ਤੇ ਆ ਗਏ। ਹੁਣ ਆਤਮ ਵੀ ਸਾਡੀ ਜਿਹੜੀ ਹੈ ਨਾ ਉਹ ਦੱਬੀ ਗਈ ਹੈ, ਉਹ ਤੇ ਇੰਨੇ ਪਾਪ ਚੜ ਗਏ ਨੇ, ਉਹ ਤੇ ਕਾਲਕ ਚੜ ਗਈ ਵੀ ਉਹ ਬੜੀ ਦੇਰ 'ਚ ਸਾਫ਼ ਹੁੰਦੀ ਹੈ। ਹੁਣ ਉਹ ਜਿਹੜੇ ਦੀ ਥੋੜੀ ਮੈਲ ਚੜੀ ਹੋਈ ਹੈ ਉਹਦੀ ਆਤਮਾ ਛੇਤੀ ਜਗ ਜਾਂਦੀ ਹੈ, ਜਿਹਦੇ ਦੀ ਜ਼ਿਆਦਾ ਮੈਲ ਚੜੀ ਹੋਈ ਹੈ ਉਹ ਜ਼ਿਆਦਾ ਦੇਰ ਜਗਦੀ ਹੈ। ਪਰ ਮੈਨੂੰ ਲੱਗਦਾ ਇਹ ਹੈ ਵੀ ਇਹ ਵੀ ਜਿਹੜੇ ਨੇ ਉਹ ਜਾਗਣਗੇ BJP ਵਾਲੇ। ਸਾਡੇ ਦੇਸ਼ ਦੇ ਜਿਹੜੇ ਬਜ਼ੁਰਗ ਲੱਗ ਰਹੇ ਨੇ ਉਹਨਾਂ ਨੂੰ ਵੀ ਅਕਲ ਨਹੀਂ ਮੋਦੀ ਦੇ ਹਿਸਾਬ ਨਾਲ, ਜਿਹੜੇ ਅਧੇੜ ਉਮਰ ਦੇ ਲੱਗ ਰਹੇ ਨੇ ਉਹਨਾਂ ਨੂੰ ਵੀ ਅਕਲ ਨਹੀਂ ਮੋਦੀ ਦੇ ਹਿਸਾਬ ਨਾਲ, ਜਿਹੜੇ ਅੱਜ ਦੇ ਯੁਵਾ ਬੱਚੇ ਪੜ੍ਹੇ ਲਿਖੇ ਸਾਡੇ ਦੇਸ਼ ਦੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਵੀ ਅਕਲ ਨਹੀਂ ਮੋਦੀ ਜਿੰਨੀ। ਉਹ ਵੀ ਉਹਨਾਂ ਪੂਰੇ ਦੇਸ਼ ਨੂੰ ਮੋਦੀ ਬੇਵਕੂਫ ਸਮਝ ਰਿਹਾ, ਇੱਕ ਮੋਦੀ ਅਕਲ ਵਾਲਾ ਰਹਿ ਗਿਆ ਹੈ ਤੇ ਮੋਦੀ ਨੇ ਸ਼ਰਤ ਲਾਈ ਹੈ ਇਸ ਦੇਸ਼ ਨੂੰ ਵੇਚਣ ਦੀ। ਪਰ ਅਸੀਂ ਸਮਝਾਉਣਾ ਇਹ ਚਾਹੁੰਦੇ ਹਾਂ ਕਿ ਵੀ ਚਲੋ ਤੁਸੀਂ ਇਹ ਸਾਰਾ ਕੁਝ ਵੇਚ ਕੇ BJP ਵਾਲਿਆਂ ਨੂੰ ਸਾਰਿਆਂ ਨੂੰ ਜਾਂ ਜਿਹੜੀ ਪਾਰਟੀਆਂ ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਵੀ ਚਲੋ ਤੁਸੀਂ ਇਹ ਵੇਚ ਕੇ ਲੋਕਾਂ ਨੂੰ ਤੰਗ ਕਰਕੇ ਭੁੱਖਮਰੀ ਧਕੇਲ ਕੇ ਤੁਸੀਂ 5 ਸਾਲ ਰਾਜ ਹੋਰ ਕਰ ਲਿਓਗੇ, ਫਿਰ ਸਵਰਗ ਮਿਲ ਜਾਏਗਾ। ਕਿਉਂ ਇਸ ਜਨਤਾ ਨੂੰ ਨਿਚੋੜ ਰਹੇ ਹੋ? ਅੱਜ ਸਾਡਾ ਦੇਸ਼ ਭੁੱਖਮਰੀ 94 ਨੰਬਰ ਤੇ ਪਹੁੰਚ ਗਿਆ 107 ਦੇਸ਼ਾਂ ਦੇ ਵਿੱਚ। ਸੋਨੇ ਦੀ ਚਿੜੀ ਸੀ, ਮਿੱਟੀ ਦੀ ਚਿੜੀ ਨਹੀਂ ਬਚਿਆ। ਹੁਣ ਬਈ ਤੁਸੀਂ ਜਿਹੜਾ ਕੁਝ ਕਰ ਰਹੇ ਹੋ, ਜਾਤੀਵਾਦ ਤੇ ਜ਼ਹਿਰ ਫੈਲਾ ਰਹੇ ਹੋ, ਧਰਮਵਾਦ ਦਾ ਜ਼ਹਿਰ ਫੈਲਾ ਰਹੇ ਹੋ, ਲੋਕ ਕਤਲ ਹੁੰਦੇ ਨੇ ਉਹਨਾਂ 'ਚ, ਦੰਗੇ ਹੁੰਦੇ ਨੇ ਉਹਨਾਂ 'ਚ, ਤੁਸੀਂ ਵੰਡ ਕੇ ਰਾਜ ਕਰ ਰਹੇ ਹੋ, ਤੁਸੀਂ ਸਾਰਾ ਦੇਸ਼ ਦਾ ਕਾਰੋਬਾਰ ਚੰਦ ਪੂੰਜੀਪਤੀਆਂ ਨੂੰ ਦੇ ਰਹੇ ਹੋ। ਪੂਰਾ ਦੇਸ਼ ਭੁੱਖਮਰੀ। ਅੱਜ ਸਾਡੇ ਦੇਸ਼ ਦੇ ਵਿੱਚ ਉਹ ਹਾਲਤ ਹੈ ਕਿ ਵੀ ਰੋਟੀ ਖਾਣ ਜੋਗੇ ਪੈਸੇ ਨਹੀਂ। 17-18 ਦੇ ਵਿੱਚ ਇੱਕ ਆંકੜਾ ਆਇਆ ਕਿ 20,000 ਰੁਪਏ ਇੱਕ ਪਰਿਵਾਰ ਦੀ ਆਮਦਨ ਹੈ ਸਾਲ ਦੀ। ਸੁਪਰੀਮ ਕੋਰਟ ਦੇ ਇੱਕ ਉਹ ਜਿਹੜਾ ਉਹ ਵਰਦੀ ਜੀ ਪਾ ਕੇ ਰੱਖਦਾ ਨਾ, ਤੁਰਲਾਜ ਛੱਡ ਗਏ, ਉਹਦੇ ਕੱਪੜੇ ਧੋਣ ਦੀ 21,000 ਹੈ। ਇੱਥੇ ਇੱਕ ਪਰਿਵਾਰ ਦੀ ਸਾਰੇ ਸਾਲ ਦੀ 20,000 ਹੈ। ਉਹ ਜਿਉਂਦਿਆਂ 'ਚ ਨੇ। ਕਿੰਨੇ ਲੋਕ ਮਰਨੇ ਕੋਈ ਇਲਾਜ ਹੈ? ਇੱਕ ਅਫਸਰ ਲੱਖ ਰੁਪਏ ਤਨਖਾਹ ਲੈਂਦਾ, ਉਹਦੇ ਸਾਰੇ ਪਰਿਵਾਰ ਦਾ ਇਲਾਜ ਫਰੀ ਹੈ। ਇੱਕ ਨੇਤਾ ਅਰਬਪਤੀ ਹੈ, ਖਰਬਪਤੀ ਹੈ, ਉਹਦੇ ਸਾਰੇ ਪਰਿਵਾਰ ਦਾ ਇਲਾਜ ਫਰੀ ਹੈ। ਇਹ ਜਨਤਾ ਦਾ
ਅਜੇ ਇਹਨਾਂ ਦੀ ਜੇਬ ਚੋਂ ਨਿਕਲ ਕੇ ਹੋਰ ਅਮੀਰਾਂ ਦੀ ਜੇਬ ਜਾਣਾ ਚਾਹੀਦਾ। 90 ਕਰੋੜ ਘੰਟੇ ਦੀ ਆਮਦਨ ਹੈ ਇਸ ਟਾਈਮ ਅੰਬਾਨੀ ਦੀ। ਸਾਰੇ ਦੇਸ਼ ਦੇ ਕਿਸਾਨਾਂ ਤੇ ਜਿੰਨਾ ਕਰਜ਼ਾ ਹੈ ਨਾ, ਇੰਨੀ ਇੱਕ ਸਾਲ ਦੀ ਆਮਦਨ ਹੈ ਅੰਬਾਨੀ ਦੀ, ਤੇ ਅਜੇ ਫਿਰ ਵੀ ਉਹਨੂੰ ਹੀ ਚਾਹੀਦਾ। ਮਤਲਬ ਜੇ ਇਹ ਕਾਨੂੰਨ ਬਣਾ ਕੇ ਲੋਕਾਂ ਨੂੰ ਭੁੱਖਮਰੀ ਦੇ ਵਿੱਚ ਧਕੇਲ ਕੇ ਜੇ 5 ਸਾਲ ਰਾਜ ਕਰ ਵੀ ਲਿਆ, ਫਿਰ ਕਿਹੜਾ ਸਵਰਗ ਮਿਲੇਗਾ? ਖਾਲੀ 5 ਸਾਲ ਵਾਸਤੇ ਇੰਨਾ ਕੁਝ ਕਰੋਗੇ ਜਾਂ ਕੋਈ ਤੁਹਾਡੀ ਕੋਈ 7 ਪੀੜ੍ਹੀਆਂ ਦੀ ਰਾਜਸੀ ਆਏਗੀ? ਕੀ ਕਰ ਰਹੇ ਹੋ, ਕੀ ਸੋਚ ਰਹੇ ਹੋ, ਕੀ ਇਨਸਾਨੀ ਜਾਮੇ 'ਚ ਬੈਠੇ ਹੋ ਤੁਸੀਂ? ਇਨਸਾਨੀ ਜਾਮਾ ਤੇ ਸਿਰਮੌਰ ਜਾਮਾ ਹੈ। ਇਨਸਾਨੀ ਜਾਮੇ ਧਰਮ ਬਣਦਾ ਬਾਕੀ ਜਾਨਵਰਾਂ ਨੂੰ ਵੀ ਬਚਾ ਕੇ ਰੱਖੇ। ਇੱਥੇ ਤੇ ਇਨਸਾਨ ਨੂੰ ਮਾਰਨ ਵਾਸਤੇ ਤਿਆਰ ਹੋਇਆ। ਕੀ ਸੋਚ ਕੇ ਤੁਸੀਂ ਰਾਜ ਕਰ ਰਹੇ ਹੋ? ਇਹ ਰਾਜ ਧਰਮ ਨਹੀਂ ਹੈ, ਇਹ ਤੇ ਫਿਰ ਤਪੋ ਰਾਜ ਰਾਜੋ ਨਰਕ। ਜੇ ਇੰਨੀ ਗੱਲ ਅੰਬਾਣੀ ਅਡਾਣੀ ਬਾਬਾ ਰਾਮਦੇਵ ਦੇ ਵਰਗਿਆਂ ਦੇ ਦਿਮਾਗ 'ਚ ਬਹਿ ਜੇ ਵੀ ਇਹ ਪੈਸਾ ਸੀ ਕੀ ਕਰਨਾ ਹੈ, 90 ਕਰੋੜ ਘੰਟੇ ਦੀ ਆਮਦਨ ਆਖਰ ਕਿੱਥੇ ਲੈ ਜਾਓਗੇ? ਆਖਰ ਉਹਨਾਂ ਦੀ ਸਾਰੀ ਅਗਲੀ ਪੀੜ੍ਹੀਆਂ ਅਪੰਗ ਜੰਮਣਗੀਆਂ ਜਿਹੜੀਆਂ ਨੇ ਕੁਝ ਕਮਾਉਣਾ ਹੀ ਨਹੀਂ, ਉਹਨਾਂ ਵਾਸਤੇ ਕਮਾ ਕੇ ਧਰੋਗੇ। ਜੇ ਅਗਲੀ ਪੀੜ੍ਹੀ ਲੈ ਕੇ ਜੰਮ ਗਈ ਤੇ ਕਮਾ ਕੇ ਖਾ ਲੈਣਗੇ, ਜੇ ਨਲਾਇਕ ਜੰਮ ਗਈ ਤੁਹਾਡਾ ਕਮਾਇਆ ਵੀ ਨਹੀਂ ਛੱਡਣਾ। ਕਿਹਦੇ ਵਾਸਤੇ ਕਮਾ ਰਹੇ ਹੋ? ਕਿਉਂ ਦੇਸ਼ ਨੂੰ ਜਾੜ ਰਹੇ ਹੋ? ਕਿਉਂ ਜਨਤਾ ਨੂੰ ਪਰੇਸ਼ਾਨ ਕਰ ਰਹੇ ਹੋ? ਇੰਨੀ ਗੱਲ ਜੇ ਉਹਨਾਂ ਅਮੀਰਾਂ ਦੇ ਦਿਮਾਗ 'ਚ ਬਹਿ ਜੇ ਨਾ ਤੇ ਸਵਰਗ ਇੱਥੇ ਹੀ ਹੈ। ਫਾਈਨਾਂਸਰਾਂ ਦੇ ਨਾਲ ਬੈਕਿੰਗ ਹੈ ਇਹਨਾਂ ਦੀ, ਵੱਡੇ ਫਾਈਨਾਂਸਰ ਹੁਣ ਅਡਾਨੀਆਂ ਮਨੀਆਂ ਆ ਜਾਣਗੇ ਵਿੱਚ ਇਹਦੇ। ਪਹਿਲਾਂ ਤੇ ਇਹਨਾਂ ਦੇ ਆਪਣੇ ਫਾਈਨਾਂਸਰ ਹੁੰਦੇ ਸੀਗੇ ਸ਼ਾਹੂਕਾਰ, ਉਹ ਦੇਖਦੇ ਸੀ ਕਿ ਫਲਾਣੇ ਦੀ ਜ਼ਮੀਨ ਵਧੀਆ, ਫਲਾਣੇ ਦੀ ਕੋਠੀ ਵਧੀਆ, ਫਲਾਣੇ ਦੀ ਗੱਡੀ ਵਧੀਆ। ਜੇ ਮੰਨ ਲਓ ਕਿ 10 ਕਰੋੜ ਦਾ ਕਿਸੇ ਦੀ ਕੋਠੀ ਹੈ, ਉਹਨੇ 50 ਲੱਖ ਦਾ ਲੋਨ ਲਿੱਤਾ, ਕਾਗਜ਼ ਤੇ 10 ਕਰੋੜ ਦੇ ਲੱਗੇ ਨਾ ਭਾਜੀ ਉਹਦੀ ਜ਼ਮੀਨ ਦੇ। ਹੁਣ ਦੇਖੋ ਹਰਿਆਣਾ ਦੇ ਵਿੱਚ ਜਾਤੀਵਾਦ ਦਾ ਕਿੰਨਾ ਪੰਗਾ ਸੀ, ਪਰ ਅੱਜ ਖਤਮ ਹੋ ਗਿਆ। ਮੈਂ ਪ੍ਰਕਿਰਤੀ ਦਾ ਸੰਦੇਸ਼ ਸਿਰੇ ਕਹਿ ਰਿਹਾ, ਬੀਜੇਪੀ ਤੇ ਸਾਰੀ ਜਾਤੀਵਾਦ ਤੇ ਪੜਦੀ ਹੈ ਨਾ, ਧਰਮਵਾਦ ਤੇ ਪੜਦੀ ਹੈ। ਸਟੇਟ ਵਾਈਜ਼ ਹੁਣ ਉਹਨਾਂ ਨੇ ਕਹਿਤਾ ਜੀ SYL ਦਾ ਮੁੱਦਾ ਠੀਕ ਹੈ, ਪਰ ਹਰਿਆਣਾ ਵਾਲੇ ਕੀ ਜਵਾਬ ਦੇ ਰਹੇ ਨੇ? ਹਰਿਆਣਾ ਵਾਲੇ ਕਹਿ ਰਹੇ ਨੇ ਵੀ ਅਸੀਂ ਤਾਂ ਆਪਣੇ ਵੱਡੇ ਭਰਾ ਨੂੰ ਪੰਜਾਬ ਨੂੰ ਪਾਣੀ ਦਾਨ ਕਰ ਦਿਆਂਗੇ, ਪਰ ਤੁਹਾਡੀ ਗੱਲ 'ਚ ਨਹੀਂ ਆਉਂਦੇ। ਅਜੇ ਹੁਣ ਇਲੈਕਸ਼ਨ ਹੋ ਜੇ ਤੇ ਇੱਕ ਵੀ ਨਹੀਂ ਸੀਟ ਆਉਣੀ ਇਹਨਾਂ ਦੀ। ਇਹ ਹਾਲ ਹੋ ਗਿਆ। ਪਿੰਡਾਂ 'ਚ ਵੜਨ ਨਹੀਂ ਦੇ ਰਹੇ ਲੋਕ, ਮੁੱਖ ਮੰਤਰੀ ਨੂੰ ਰੈਲੀ ਨਹੀਂ ਕਰਨ ਦੇਣੇ। ਵੱਡੀ ਕੋਈ ਗੱਲ ਹੋ ਸਕਦੀ ਹੈ ਬਈ ਹਰਿਆਣੇ ਦਾ ਮੁੱਖ ਮੰਤਰੀ, ਉਹਨੂੰ ਵੀ ਰੈਲੀ ਨਾ ਕਰਨ ਦੇ ਜਨਤਾ, ਉਪ ਮੁੱਖ ਮੰਤਰੀ ਨੂੰ ਰੈਲੀ ਨਾ ਕਰਨ ਦੇ ਜਨਤਾ। ਇਹਨੇ 'ਚ ਹੀ ਸਮਝ ਜਾਣਾ ਚਾਹੀਦਾ। ਇਦੋਂ ਵੱਧ ਹੋ ਨਾ ਤੇ ਉੱਭਰ ਨਾ ਉਸ ਮਾਲਕ ਦੀ ਬਖਸ਼ਿਸ਼ ਹੈ, ਕਦੋਂ ਉਭਾਰ ਦੇ ਕਦੋਂ ਮਿਟਾ ਦੇ। ਇਹ ਤਾਂ ਉਸ ਮਾਲਕ ਦੀ ਬਖਸ਼ਿਸ਼ ਹੈ, ਬੰਦੇ ਦੇ ਹੱਥ 'ਚ ਕੁਝ ਨਹੀਂ ਹੈ। ਵੈਸੇ ਯੂਨੀਅਨ ਦੇ ਵਿੱਚ ਮੈਂ 1992 ਤੋਂ ਕੰਮ ਕਰ ਰਿਹਾ ਹਾਂ, 28 ਸਾਲ ਹੋ ਗਏ ਨੇ। ਇਸ 28 ਸਾਲ ਦੇ ਪੀਰੀਅਡ ਦੇ ਵਿੱਚ 20-30 ਵਾਰੀ ਜੇਲ੍ਹ ਵੀ ਜਾਣਾ ਪਿਆ, ਬੜੇ ਮੁਕੱਦਮੇ ਝੇਲਣੇ ਪਏ ਤੇ ਕਾਫੀ ਕੇਸ ਹੁਣ ਵੀ ਦਰਜ ਨੇ ਤੇ ਕਈ ਕੇਸਾਂ ਦੇ ਵਿੱਚ ਇਹਨਾਂ ਨੇ ਫਰਾਰ ਘੋਸ਼ਿਤ ਵੀ ਕੀਤਾ ਹੋਇਆ ਹੈ। ਕਰੀਬ 30-35 ਮੁਕੱਦਮੇ ਦਰਜ ਹੋ ਗਏ ਨੇ, 307 ਦੇ ਨੇ, ਕੁਝ 4-5 ਕੇਸ ਦੂਜੇ ਵੀ ਨੇ, ਪਰ ਜ਼ਿਆਦਾ 307 ਦੇ ਨੇ। ਇਰਾਦਾ ਕਤਲ। ਅੱਜ ਗਵਰਨਰ ਹੈ ਗੁਜਰਾਤ ਦਾ ਔਰ ਆਚਾਰੀਆ ਦੇਵਰਤ, ਇਹ ਉਸ ਟਾਈਮ ਦੇ ਵਿੱਚ ਕਿਸਾਨ ਸੰਘ ਦੇ ਵਿੱਚ ਹੁੰਦਾ ਸੀ। ਇਹ ਸਾਡੇ ਪਿੰਡ ਆਇਆ ਸੀ, ਉਸ ਟਾਈਮ ਇਹਨਾਂ ਨੇ ਪ੍ਰੋਗਰਾਮ ਕਰ ਰਹੇ ਸੀ ਪਿੰਡਾਂ ਦੇ ਵਿੱਚ, ਜਿਵੇਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਦੇ ਨੇ, ਤੇ ਉਹਦੀ ਗੱਲ ਮੈਂ ਸੁਣੀ ਸੀ। ਉਸ ਤੋਂ ਪਹਿਲਾਂ ਕਦੇ ਰੇਡੀਓ ਤੇ ਸੁਣ ਲਿਆ ਕਰਦੇ ਸੀ ਵੀ ਯੂਨੀਅਨ ਹੁੰਦੀ ਹੈ, ਉਹਨਾਂ ਦਾ ਮੈਂ ਭਾਸ਼ਣ ਸੁਣਿਆ ਦਾ। ਉਹਨਾਂ ਦਾ ਭਾਸ਼ਣ ਸੁਣ ਕੇ ਸ਼ੌਕ ਮੈਨੂੰ ਹੈ ਸੀ ਵੀ ਸਾਡੀ ਯੂਨੀਅਨ ਹੋਣੀ ਚਾਹੀਦੀ ਹੈ। ਸਾਨੂੰ ਸ਼ੌਕ ਸੀ ਵੀ ਅਸੀਂ ਜੁੜੀਏ ਤੇ ਕਿੱਧਰ ਜੁੜੀਏ, ਜਿਵੇਂ ਰੇਡੀਓ ਤੇ ਸੁਣ ਲਿਆ, ਪਰ ਇਹ ਜਿਹੜਾ ਹੈ ਕਿ ਸਾਨੂੰ ਤਕਲੀਫ ਬੜੀ ਹੈ, ਇਹਦੀ ਆਵਾਜ਼ ਉੱਠਣੀ ਚਾਹੀਦੀ ਹੈ, ਪਰ ਕਿਹਦੇ ਨਾਲ ਲੱਗੀਏ। ਤੇ ਉਹਨਾਂ ਦੀ ਮੈਂ ਗੱਲ ਸੁਣੀ, ਉਹਨਾਂ ਦੇ ਨਾਲ ਫਿਰ ਮੈਂ ਜੁੜ ਗਿਆ। ਸ਼ੁਰੂ ਦੇ ਵਿੱਚ ਉਹਨਾਂ ਦੀ ਮੈਂ 5-6 ਮੀਟਿੰਗਾਂ ਉਹਨਾਂ ਦੀ ਅਟੈਂਡ ਕੀਤੀਆਂ ਤੇ ਉਸ ਤੋਂ ਬਾਅਦ ਫਿਰ ਹਰਿਆਣਾ ਦੇ ਵਿੱਚ ਬਿੱਲ ਰੋਕੋ ਅੰਦੋਲਨ ਚੱਲ ਗਿਆ ਭਜਨ ਲਾਲ ਦੇ ਟਾਈਮ 'ਚ। ਤੇ ਬਿੱਲ ਰੋਕੋ ਅੰਦੋਲਨ ਉਹ ਕਿਸਾਨ ਯੂਨੀਅਨ ਨੇ ਸ਼ੁਰੂ ਕੀਤਾ। ਉਸ ਟਾਈਮ ਜਿਹੜਾ ਹੈ ਉਹ ਚੰਗੀ ਲਹਿਰ ਉਹਦੀ ਆ ਗਈ।
ਤੇ ਪੜੋਸੀ ਪਿੰਡ ਹੈ ਉਹਨਾਂ ਦੇ ਲੋਕ ਜ਼ਿਆਦਾ ਯੂਨੀਅਨ ਨਾਲ ਜੁੜੇ ਸੀ ਤੇ ਉਹਨਾਂ ਫਿਰ ਇਕੱਲੇ ਪਿੰਡ ਦੇ ਵਿੱਚ ਆ ਕੇ ਮੀਟਿੰਗ ਕਰਨੀ ਸ਼ੁਰੂ ਕਰਤੀ। ਸਾਡੇ ਪਿੰਡ 'ਚ ਵੀ ਉਹਨਾਂ ਨੇ 3 ਵਾਰੀ ਮੀਟਿੰਗ ਪੰਚਾਇਤ ਕੀਤੀ ਤੇ 3 ਵਾਰੀ ਪੰਚਾਇਤ ਕਰਨ ਤੋਂ ਬਾਅਦ ਫਿਰ ਜਿਹੜਾ ਹੈ ਉਹ ਕਮੇਟੀ ਬਣੀ ਤੇ ਉਹ ਪਿੰਡ ਵਾਲਿਆਂ ਨੇ ਉਤਸ਼ਾਹ ਜਿਹਾ ਦੇਖ ਕੇ ਮੈਨੂੰ ਪਿੰਡ ਦਾ ਪ੍ਰਧਾਨ ਬਣਾ ਦਿੱਤਾ ਤੇ ਮੈਂ ਕਈ ਸਾਲ ਪਿੰਡ ਦਾ ਪ੍ਰਧਾਨ ਰਿਹਾ, ਉਸ ਤੋਂ ਬਾਅਦ ਬਲਾਕ ਦਾ ਰਿਹਾ, ਉਸ ਤੋਂ ਬਾਅਦ ਜ਼ਿਲ੍ਹੇ ਦਾ ਰਿਹਾ, ਉਸ ਤੋਂ ਬਾਅਦ ਸਟੇਟ ਦਾ। ਜਦੋਂ ਅਸੀਂ ਯੂਨੀਅਨ ਦੇ ਵਿੱਚ ਰਲੇ ਉਸ ਟਾਈਮ ਬਿਜਲੀ ਦੀ ਸਮੱਸਿਆ ਬਹੁਤ ਜਿਹੜੀ ਹੈ ਉਹ ਗੰਭੀਰ ਹੁੰਦੀ ਸੀ ਤੇ ਬਿੱਲ ਰੋਕੋ ਅੰਦੋਲਨ 1992 ਦੇ ਵਿੱਚ ਚੱਲ ਰਿਹਾ ਸੀ। ਉਹਦੇ ਵਿੱਚ ਅਸੀਂ ਯੂਨੀਅਨ ਦੇ ਵਿੱਚ ਸ਼ਾਮਲ ਹੋਏ ਸੀ। ਭਜਨ ਲਾਲ ਦੇ ਟਾਈਮ 'ਚ ਉਹਨੇ ਬਿਜਲੀ ਦੇ ਰੇਟ ਵਧਾਤੇ ਸੀ ਤੇ ਫਿਰ ਉਸ ਸੰਘਰਸ਼ ਦੇ ਵਿੱਚ ਸ਼ਾਮਲ ਹੋਏ ਸੀ। ਉਹ ਘੱਟ ਹੋ ਗਏ ਸੀ ਇੱਕ ਵਾਰੀ ਤੇ ਉਸ ਤੋਂ ਬਾਅਦ ਵਧੇ ਵੀ ਨਹੀਂ ਹੈ। ਉਸ ਸੰਘਰਸ਼ ਦਾ ਫਾਇਦਾ ਇਹ ਹੋਇਆ ਹੈ ਕਿ ਉਸ ਤੋਂ ਲੈ ਕੇ ਹੁਣ ਤੱਕ ਰੇਟ ਵਧੇ ਵੀ ਨਹੀਂ, ਉਹ ਰੇਟ ਉੱਥੇ ਦੇ ਉੱਥੇ ਹੀ ਅਜੇ ਰੁਕੇ ਹੋਏ ਨੇ। ਪੜ੍ਹਾਈ ਲਿਖਾਈ ਤੇ ਮੈਂ 10ਵੀਂ ਤੱਕ ਪੜ੍ਹਿਆ, 10ਵੀਂ ਚੋਂ ਹਟ ਗਿਆ, ਫੇਲ ਹੋ ਗਿਆ ਸੀ। ਮੁੜ ਕੇ ਮੈਂ ਕੋਸ਼ਿਸ਼ ਨਹੀਂ ਕੀਤੀ। ਪਰ ਠੀਕ ਹੈ, ਲਿਖਣਾ ਪੜ੍ਹਨਾ ਜਾ ਗਿਆ ਤੇ ਚੱਲ ਗਿਆ ਕੰਮ ਤੇ ਉਦੋਂ ਅੱਗੇ ਫਿਰ ਅਸੀਂ ਛੱਡਤੀ। ਤੇ ਖੇਤ ਦਾ ਕੰਮ ਬੜਾ ਸੀ, ਖੇਤ ਦੇ ਵਿੱਚ ਲੱਗ ਗਏ। ਖੇਤੀ ਕਰਨ ਦਾ ਮੈਨੂੰ ਬੜਾ ਸ਼ੌਕ ਸੀ, ਹੁਣ ਵੀ ਕਰਦੇ ਆ ਪਰ ਹੁਣ ਤੇ ਮੇਰੇ ਕੋਲ ਖੇਤ 'ਚ ਜਾਇਆ ਹੀ ਨਹੀਂ ਜਾਂਦਾ। ਪਰ ਖੇਤੀ ਕਰਨ ਦਾ ਮੈਨੂੰ ਬੜਾ ਸ਼ੌਕ ਸੀ। ਜਿੰਨੇ ਦਿਨ ਮੈਂ ਪੂਰਾ ਇੰਟਰਸਟ ਖੇਤੀ 'ਚ ਲਿਆ ਹੈ ਉਹਨਾਂ ਚਿਰ ਜਿਹੜਾ ਆਪਣੀ ਟੌਪ ਦੀ ਖੇਤੀ ਕੀਤੀ ਹੈ। ਮੈਨੂੰ ਸ਼ੌਕ ਸੀ ਕਿ ਵੀ ਨਵਾਂ ਕੀ ਹੋ ਸਕਦਾ ਹੈ, ਕਿਹੜੇ ਖੇਤ 'ਚ ਕੀ ਹੋ ਸਕਦਾ ਹੈ, ਕਿੱਥੋਂ ਇਹਦਾ ਜ਼ਿਆਦਾ ਗਿਆਨ ਮਿਲ ਸਕਦਾ ਹੈ। ਜਿਹੜੇ ਕ੍ਰਿਸ਼ੀ ਮੇਲੇ ਨੇ ਉਹਨਾਂ 'ਚ ਮੈਂ ਬੜਾ ਜਾਂਦਾ ਸੀ। ਉਸ ਟਾਈਮ ਤੇ ਬਿਜਲੀ ਵੀ ਰਾਤ ਨੂੰ ਆਉਂਦੀ ਸੀ, ਰਾਤ ਨੂੰ ਬਿਲਕੁਲ 1 ਡਿਗਰੀ 2 ਡਿਗਰੀ ਟੈਂਪਰੇਚਰ ਹੁੰਦਾ ਸੀ। ਉਸ ਟਾਈਮ ਅਸੀਂ ਪਾਣੀ ਦਿੰਦੇ ਸੀ ਖੇਤ ਦੇ ਵਿੱਚ, ਆਲੂਆਂ ਦੇ ਵਿੱਚ ਖੜ੍ਹ ਕੇ। ਉਸ ਟਾਈਮ ਤੇ ਖੇਤ ਵੀ ਜ਼ਿਆਦਾ ਲੈਵਲ ਨਹੀਂ ਸੀ ਹੁੰਦੇ, ਬਿਜਲੀ ਵੀ ਰਾਤ ਨੂੰ ਆਉਂਦੀ ਸੀ। ਪੁਰਾਣੇ ਟਾਈਮ 'ਚ ਭਜਨ ਲਾਲ ਦੇ ਟਾਈਮ 'ਚ ਉਹ ਤੇ ਦਿਨ ਸਾਨੂੰ ਮੁਸ਼ਕਲ ਭੁੱਲਣਗੇ ਤੇ ਕਿਉਂਕਿ ਰਾਤ ਨੂੰ ਖੜਨਾ ਬੜਾ ਔਖਾ ਹੁੰਦਾ ਪਾਣੀ ਤੇ। ਮੇਰੀ ਸ਼ਾਦੀ 28 ਸਾਲ ਦੀ ਉਮਰ ਦੇ ਵਿੱਚ ਹੋਈ ਸੀ ਤੇ ਉਸ ਤੋਂ ਪਹਿਲਾਂ ਜਿਹੜਾ ਹੈ ਮੈਂ ਰਾਤ ਨੂੰ ਖੇਤ ਤੇ ਹੀ ਸੌਂਦਾ ਸੀ। ਉਸ ਟਾਈਮ ਡੰਗਰ ਚਗਾਉਣ ਦਾ ਰਿਵਾਜ ਹੁੰਦਾ ਸੀ, ਡੰਗਰ ਬੜੇ ਚਗਾਏ ਨੇ ਤੇ ਉਦੋਂ ਬਾਅਦ ਜਿੰਨਾ ਕੁ ਖੇਤੀ 'ਚ ਕੰਮ ਕਰਨ ਜੋਗੇ ਹੋਏ ਜਾਂ ਜਿਹੜਾ ਹੈ ਉਸ ਟਾਈਮ ਕੱਖ ਵੀ ਸਿਰ 'ਤੇ ਲਿਆਉਂਦੇ ਸੀ। ਉਸ ਟਾਈਮ ਬਾਕੀ ਸਾਧਨ ਹੈ ਨਹੀਂ ਸੀ ਤੇ ਉਹ ਵੀ ਸਿਰ 'ਤੇ ਢੋਂਦੇ ਰਹੇ। ਤੇ ਖੇਤੀ ਦੇ ਜਿਹੜੇ ਕੰਮ ਹੁੰਦੇ ਨੇ, ਜਿਹੜੇ ਆਮ ਸਾਰੇ ਕੰਮ ਕਰਨ ਵਾਲੇ ਹੁੰਦੇ ਨੇ, ਹਲ ਤੋਂ ਲੈ ਕੇ ਕਹੀ ਚਲਾਉਣਾ, ਹਲ ਚਲਾਉਣਾ, ਟਿਊਬਵੈੱਲ ਚਲਾਉਣਾ, ਕੁਛ ਵੀ ਕਰਨਾ ਉਹ ਟੋਟਲ ਕੰਮ ਕੀਤੇ ਨੇ। ਸਾਡੇ ਕੋਲ 2 ਪਿੰਡਾਂ ਜ਼ਮੀਨ, ਪਿਛਲਾ ਸਾਡਾ ਪਿੰਡ ਜਿਹੜਾ ਉਹ ਸ਼ੰਭੂ ਕੋਲ ਹੈ ਮਰਦਾਂਪੁਰ, ਸਾਡੇ ਬਾਪੂ ਜੀ ਉੱਥੋਂ ਆਏ ਸੀ ਤੇ ਉੱਥੇ ਵੀ ਸਾਡੀ ਜ਼ਮੀਨ ਹੈ ਸੀ ਤੇ ਇੱਥੇ ਵੀ ਸਾਡੀ ਜ਼ਮੀਨ ਹੈ ਸੀ। ਤੇ ਸਾਡਾ ਮੂਲ ਧੰਦਾ ਜਿਹੜਾ ਸਾਡੇ ਬਾਪੂ ਜੀ ਦਾ, ਉਹਨਾਂ ਦੇ ਬਾਪੂ ਜੀ ਦਾ, ਉਹ ਖੇਤੀ ਹੀ ਰਿਹਾ। ਉਹ ਭਾਈ ਉਹ बैग तो खोया गया फिर भाई। और ठीक है, तेरी बात तो सर बैग में ही होगा, मेरा बटुआ भी बैग में था और बैगो खोया गया। अरे बुग्गे बैग पावागा तो ही तो मैं कह रहा वो बैग खोया गया, उस बैग में मेरे कपड़े भी थे, उस बैग में मेरा बटुआ भी था। हूँ तो 1.5 महीना ਇੱਥੇ ਹੀ ਹੋ ਗਿਆ। ਮੇਰੇ ਪਰਿਵਾਰ ਦਾ ਬੜਾ ਸਹਿਯੋਗ ਰਿਹਾ। ਅਸੀਂ 3 ਭਰਾ ਰਹਿੰਦੇ ਸੀ ਇੱਥੇ ਤੇ ਭਰਾਵਾਂ ਦਾ ਬੜਾ ਸਹਿਯੋਗ ਰਿਹਾ। ਉਹਨਾਂ ਮਤਲਬ ਜਿਵੇਂ ਹੁੰਦਾ ਵੀ ਅਸੀਂ ਖੇਤ 'ਚ ਕੰਮ ਕਰ ਰਹੇ ਹਾਂ, ਤੂੰ ਕਿਉਂ ਨਹੀਂ ਕਰਦਾ, ਇਹ ਕਦੇ ਗੱਲ ਨਹੀਂ ਆਈ। ਤੇ ਉਹ ਪਿਛਲਾ ਸਾਰਾ ਸੰਭਾਲਦੇ ਰਹੇ ਨੇ ਤੇ ਹੁਣ ਜਿਵੇਂ ਮੈਂ ਇੱਥੇ ਬੈਠਾ ਵਾਂ, ਜੇ ਹੁਣ ਵੀ ਲੋੜ ਪਏ ਤਾਂ ਹੁਣ ਵੀ ਸੰਭਾਲ ਲੈਂਦੇ ਨੇ। ਹੁਣ ਵੈਸੇ ਤੁਸੀਂ 2 ਸਾਲ ਹੋਏ ਵੱਖਰੇ ਹੋ ਗਏ। ਇੱਕ ਵਾਰੀ ਤੇ ਉਹ ਟਾਈਮ ਆਇਆ ਜਦੋਂ ਮੈਂ ਅੰਦਰ ਆ ਗਿਆ, ਪਿੱਛੇ ਕੋਈ ਸੰਭਾਲਣ ਵਾਲਾ ਸੀ, ਫਿਰ ਮੋਰਚਾ ਘਰ ਵਾਲੀ ਨੇ ਸੰਭਾਲ ਲਿਆ ਤੇ ਉਹ ਵੀ ਇੱਕ ਵਾਰੀ ਤੇ ਜੇਲ੍ਹ ਕੱਟਾ ਜੀ 8 ਦਿਨ ਮੇਰੇ ਨਾਲ। ਉਹ ਚਟਾਲੇ ਦੇ ਟਾਈਮ ਇੱਕ ਅੰਦੋਲਨ ਸੀ, ਉਸ ਟਾਈਮ ਚਟਾਲੇ ਦੇ ਨਾਲ ਕਾਫੀ ਚੋਖਾ ਟਕਰਾਵ ਹੋ ਗਿਆ ਸੀ। ਅਸੀਂ ਚੈਲੰਜ ਕਰਤਾ ਵੀ ਚਟਾਲਾ ਇੱਥੇ ਆਏਗਾ ਦੁਸਹਿਰੇ ਵਾਲੇ ਦਿਨ। ਉਹਨੇ ਦਰਬਾਰ ਲਾਇਆ ਸੀ, ਟਕਰਾਵ ਉਹਦੇ ਨਾਲ ਬਹੁਤ ਬੁਰੀ ਤਰ੍ਹਾਂ ਚੱਲ ਰਿਹਾ ਸੀ। ਸਾਡੇ ਐਂਟੀ ਮਤਲਬ ਨਿੱਜੀ ਤੌਰ ਤੇ ਖਿਲਾਫ ਹੋ ਗਿਆ ਸੀ ਉਹ, ਤੇ ਅਸੀਂ ਅਨਾਉਂਸ ਕਰਤਾ ਵੀ ਇਸ ਦੁਸਹਿਰੇ ਤੇ ਇਹਦਾ ਪੁਤਲਾ ਫੂਕਾਂਗੇ, ਹਰਿਆਣਾ ਦੇ ਰਾਵਣ ਚਟਾਲੇ ਦਾ ਹਰਿਆਣਾ ਆਗਮਨ ਤੇ ਪੁਲਿਸ ਨੇ ਚੈਲੰਜ ਕਰਤਾ ਵੀ ਅਸੀਂ ਪਰਿੰਦੇ ਨੂੰ ਪਰ ਨਹੀਂ ਮਾਰਨ ਦੇਵਾਂਗੇ।
ਫਿਰ ਅਸੀਂ ਵੀ ਅੱਗੋਂ ਚੈਲੰਜ ਕਰਤਾ ਵੀ ਪੁਤਲਾ ਉੱਥੇ ਹੀ ਫੁਕੇਗਾ, ਤੁਸੀਂ ਜੋ ਕਰਨਾ ਕਰ ਲਿਆ ਜੀ। ਤੇ ਉਹ ਸਾਰਿਆਂ ਦੀ ਨਜ਼ਰਾਂ ਉਸ ਤੇ ਹੋ ਗਈ ਵੀ ਹੁਣ ਕੀ ਹੋਏਗਾ। ਤੇ ਉਹ ਪ੍ਰਮਾਤਮਾ ਨੇ ਸਾਥ ਦਿੱਤਾ ਤੇ ਚਟਾਲਾ ਵੀ ਉੱਥੇ ਬੈਠਾ ਹੋਇਆ ਸੀ ਥੋੜੀ ਦੂਰ। ਤੇ ਅਸੀਂ ਜਿੱਥੇ ਪੁਤਲਾ ਫੁੱਕਣ ਦਾ ਪ੍ਰੋਗਰਾਮ ਜਿਹੜੀ ਜਗ੍ਹਾ ਤੇ ਦਿੱਤਾ ਸੀ, ਜਿਹੜੇ ਟਾਈਮ ਤੇ ਦਿੱਤਾ ਸੀ, ਪ੍ਰਮਾਤਮਾ ਨੇ ਦਇਆ ਇਹੋ ਜੀ ਕੀਤੀ, ਉੱਥੇ ਹੀ ਫੁੱਕ ਗਿਆ, ਉਸੇ ਟਾਈਮ ਤੇ ਫੁੱਕ ਗਿਆ। ਤੇ ਉਹਦੇ ਪਟਾਕੇ ਪਾਏ ਹੋਏ ਸੀ, ਉਹ ਠਾ 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 ਬੋਲੇ ਤੇ ਪੁਲਿਸ ਬਖਲਾ ਗਈ ਬਈ ਅਸੀਂ ਤੇ ਚੈਲੰਜ ਕੀਤਾ ਸੀ ਵੀ ਪਰਿੰਦੇ ਨੂੰ ਪਰ ਨਹੀਂ ਮਾਰਨ ਦੇਵਾਂਗੇ। ਤੇ ਇੱਥੇ ਪੁਤਲਾ ਫੂਕ ਗਿਆ, ਉਹਨਾਂ ਦੀ ਬੇਇੱਜ਼ਤੀ ਬੜੀ ਹੋਈ ਤੇ ਉਹਨਾਂ ਫਿਰ ਚੰਗਾ ਡੰਡਾ ਫੇਰਿਆ ਸਾਡੇ ਤੇ। ਉਹ ਉਪਦਰਵ ਤਾਂ ਸਾਡਾ ਕੋਈ ਨਹੀਂ ਸੀ, ਸਾਡੀ ਕੋਈ ਤੋੜ ਫੋੜ ਨਹੀਂ ਸੀ, ਅਗਜਨੇ ਨਹੀਂ ਸੀ, ਪਰ ਉਹ ਬਖਲਾ ਗਏ ਉਹਨਾਂ ਨੇ ਆਪਣੀ ਬੇਇੱਜ਼ਤੀ ਮਹਿਸੂਸ ਕੀਤੀ। ਤੇ ਉਹਦੇ 'ਚ ਫਿਰ ਸਾਡਾ ਪਰਿਵਾਰ ਦੇ ਕਈ ਮੈਂਬਰ, ਮੈਂ ਸੀ, ਮੇਰੇ ਘਰ ਵਾਲੀ ਸੀ, ਭਤੀਜਾ ਸੀ, ਨੌਕਰ ਸੀ, ਇਹ ਸਾਰੇ ਜਿਹੜੇ ਉਹਨਾਂ ਨੇ ਫੜ ਕੇ ਫਿਰ ਜੇਲ੍ਹ 'ਚ ਕਰਤੇ। ਹੋਰ ਵੀ ਕਾਫੀ ਲੋਕ ਸੀ ਨਾਲ, ਉਹ ਵੀ ਜੇਲ੍ਹ 'ਚ ਕਰਤੇ। ਤੇ ਉਸ ਤੋਂ ਬਾਅਦ ਵੀ ਜਿਹੜਾ ਹੈ ਉਹ ਘਰ ਵਾਲੀ ਕਈ ਅੰਦੋਲਨਾਂ ਦੇ ਵਿੱਚ ਸਾਥ ਦਿੰਦੀ ਰਹੀ। ਬੱਚੇ ਵੀ ਠੀਕ ਸਪੋਰਟ ਕਰਦੇ ਨੇ। ਹੁਣ ਲਾ ਕੇ ਗਿਆ ਮੁੰਡਾ ਇੱਥੇ ਕਈ ਦਿਨ, ਇੱਕ ਨੇ ਤੇ ਐਮ ਟੈਕ ਕਰਕੇ ਉਹਨੂੰ ਕੁੱਤੇ ਪਾਲ ਰਿਹਾ ਹੈ। ਉਹਦਾ ਤੇ ਇਹ ਬਿਜ਼ਨਸ ਹੈ, ਪਰ ਉਹ ਚੰਗਾ ਬਿਜ਼ਨਸ ਹੈ ਤੇ ਹੱਸਣ ਵਾਲਾ, ਪਰ ਅੱਜ ਦੇ ਬਿਜ਼ਨਸ ਬਹੁਤ ਚੰਗਾ ਬਿਜ਼ਨਸ ਹੈ। ਲੋਕਾਂ ਨੂੰ ਕੁੱਤੇ ਪਾਲਣ ਦਾ ਬੜਾ ਸ਼ੌਕ ਹੈ, ਸ਼ਹਿਰੀ ਬੜੇ ਲੁੱਟਦੇ ਨੇ। ਤੇ ਦੂਜਾ ਮੁੰਡਾ ਜਿਹੜਾ ਹੈ ਉਹ JCB ਲੈ ਰਿਹਾ, ਬਸ ਉਹ ਆਪਣਾ ਜਿੰਨਾ ਕੁ ਖਰਚਾ ਕਰਦਾ ਉਹਨਾਂ ਕੁ ਕੱਢ ਲੈਂਦਾ ਹੈ। ਚਾਰ ਪੰਜ ਮੁੰਡੇ ਕੱਲ੍ਹ ਆਏ, ਆ ਕੋਟ ਮੈਨੂੰ ਦੇ ਦੀ। ਹਾਲਾਂਕਿ ਪ੍ਰਮਾਤਮਾ ਨੇ ਸਭ ਕੁਝ ਦਿੱਤਾ ਹੈ ਮੇਰੇ ਕੋਲ, ਮਨਾ ਵੀ ਕੀਤਾ, ਪਰ ਉਹ ਜੁੱਤੇ ਵੀ ਦੇ ਗਏ, ਉਹ ਪੱਗ ਵੀ ਦੇ ਗਏ। ਇਸ ਅੰਦੋਲਨ ਦੇ ਵਿੱਚ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਹੈ। ਉਹਨਾਂ ਨੂੰ ਇੱਕੋ ਹੀ ਕਹਾਂਗੇ ਵੀ ਉਹਨਾਂ ਦੇ ਜਿਹੜਾ ਜਨੂਨ ਹੈ ਇਸ ਟਾਈਮ ਉਹਨਾਂ ਦਾ ਬੜਾ ਕਾਬਿਲੇ ਤਾਰੀਫ ਹੈ, ਬਹੁਤ ਮਤਲਬ ਚੰਗਾ ਉਹ ਕਰ ਰਹੇ। ਬਸ ਇੱਕ ਕਹਾਂਗੇ ਵੀ ਇਹ ਜਿਹੜਾ ਅੰਦੋਲਨ ਹੈ ਇਹ ਅਨੁਸ਼ਾਸਿਤ ਰਹਿਣਾ ਚਾਹੀਦਾ ਹੈ, ਜੋਸ਼ ਦੇ ਵਿੱਚ ਟੁੱਟੇ ਨਾ, ਜੋਸ਼ ਦੇ ਵਿੱਚ ਆਏ ਕੁਝ ਗਲਤ ਨਾ ਹੋ ਜੇ। ਬਸ ਉਸ ਤੋਂ ਜਿਹੜਾ ਉਹ ਸੰਯਮ ਵਰਤਣ, ਫਿਰ ਇਹ ਅੰਦੋਲਨ ਜ਼ਰੂਰ ਪਾਰ ਹੋਵੇ। ਇਹ ਮੇਰਾ ਸ਼ੌਕ ਹੈ, ਮੈਨੂੰ ਇਹ ਦਸਤਾਰ ਚੰਗੀ ਲੱਗਦੀ ਹੈ। ਪਤਾ ਨਹੀਂ ਕਿਉਂ ਲੱਗਦੀ ਹੈ, ਮੈਨੂੰ ਵੀ ਨਹੀਂ ਪਤਾ, ਪਰ ਮੈਨੂੰ ਇਹ ਰੰਗ ਪਸੰਦ ਹੈ, ਪੱਗ ਦਾ ਰੰਗ ਖਾਸ ਤੌਰ ਤੇ ਪਸੰਦ ਹੈ। ਉਧਰਲੇ ਪਾਸੇ ਜਾ ਕੇ ਟ੍ਰੇਨਿੰਗ